ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡੀ ਆਪਣੀ ਮੈਂਟਰ ਵਾਈਜੀ ਕੋਚਿੰਗ ਤੋਂ। ਜੇਕਰ ਤੁਸੀਂ ਕਿਸੇ ਵੀ ਟੀਚਿੰਗ ਇਮਤਿਹਾਨ ਦੀ ਤਿਆਰੀ ਕਰ ਰਹੇ ਹੋ ਤਾਂ ਇੱਕ ਨਾਮ ਹੈ ਜੋ ਵਾਰ-ਵਾਰ ਸਾਹਮਣੇ ਆਉਂਦਾ ਹੈ, ਜੀਨ ਪਿਆਜੇ। ਸੱਚ ਤਾਂ ਇਹ ਹੈ ਕਿ ਉਹਨਾਂ ਦਾ ਸਿਧਾਂਤ ਹਰ ਪੇਪਰ ਦੀ ਨੀਂਹ ਹੈ, ਪਰ ਇਸ ਨੂੰ ਸਮਝਣਾ, ਇਹ ਅਕਸਰ ਸਭ ਤੋਂ ਵੱਡੀ ਚੁਣੌਤੀ ਬਣ ਜਾਂਦਾ ਹੈ। ਤਾਂ ਅੱਜ ਆਪਾਂ ਇਸੇ ਚੁਣੌਤੀ ਨੂੰ ਇੱਕ ਮੌਕੇ ਵਿੱਚ ਬਦਲਣ ਵਾਲੇ ਹਾਂ ਅਤੇ ਪਿਆਜੇ ਦੇ ਸਿਧਾਂਤ ਨੂੰ ਬਿਲਕੁਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਬੜੇ ਸੌਖੇ ਤਰੀਕੇ ਨਾਲ ਸਮਝਾਂਗੇ। ਵਾਈਜੀ ਕੋਚਿੰਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅਸੈਮੀਲੇਸ਼ਨ ਤੇ ਅਕੋਮੋਡੇਸ਼ਨ, ਇਹ ਦੋ ਸ਼ਬਦ ਹਮੇਸ਼ਾ ਉਲਝਾ ਦਿੰਦੇ ਨੇ, ਹੈ ਨਾ? ਤੇ ਉਹ ਸਾਰੇ ਪੜਾਅ, ਕਦੇ ਸੈਂਸਰੀ ਮੋਟਰ, ਕਦੇ ਪ੍ਰੀ ਆਪਰੇਸ਼ਨਲ, ਇੰਜ ਲੱਗਦਾ ਜਿਵੇਂ ਸਭ ਕੁਝ ਇੱਕ ਦੂਜੇ ਵਿੱਚ ਰਲਗੱਡ ਹੋ ਗਿਆ ਹੋਵੇ। ਦੇਖੋ, ਇਹ ਸਵਾਲ ਸਿਰਫ ਤੁਹਾਡੇ ਮਨ ਵਿੱਚ ਨਹੀਂ ਬਲਕਿ ਹਰ ਉਸ ਉਮੀਦਵਾਰ ਦੇ ਮਨ ਵਿੱਚ ਆਉਂਦੇ ਨੇ ਜੋ ਤਿਆਰੀ ਕਰ ਰਿਹਾ ਹੈ। ਪਰ ਫਿਕਰ ਨਾ ਕਰੋ, ਅੱਜ ਆਪਾਂ ਇਸ ਉਲਝਣ ਦੀ ਗੰਢ ਨੂੰ ਹਮੇਸ਼ਾ ਲਈ ਖੋਲ ਦੇਵਾਂਗੇ। ਆ ਰਿਹਾ ਸਾਡਾ ਅੱਜ ਦਾ ਸਫ਼ਰਨਾਮਾ। ਆਪਾਂ ਪਹਿਲਾਂ ਜੀਨ ਪਿਆਜੇ ਨੂੰ ਮਿਲਾਂਗੇ, ਫਿਰ ਉਹਨਾਂ ਦੀ ਥਿਊਰੀ ਦੇ ਇੰਜਨ ਨੂੰ ਸਮਝਾਂਗੇ। ਇਸ ਤੋਂ ਬਾਅਦ ਆਪਾਂ ਬੱਚੇ ਦੇ ਵਿਕਾਸ ਦੇ 4 ਪੜਾਵਾਂ ਦੀ ਯਾਤਰਾ ਕਰਾਂਗੇ ਅਤੇ ਬਿਲਕੁਲ ਅਖੀਰ ਵਿੱਚ ਇਮਤਿਹਾਨ ਵਿੱਚ ਸਫਲਤਾ ਦਾ ਬਲੂਪ੍ਰਿੰਟ ਤਿਆਰ ਕਰਾਂਗੇ। ਤਾਂ ਫਿਰ ਤਿਆਰ ਹੋ ਜਾਓ, ਕਿਉਂਕਿ ਸਾਡਾ ਸਫ਼ਰ ਹੁਣੇ ਸ਼ੁਰੂ ਹੁੰਦਾ ਹੈ। ਤਾਂ ਭਾਗ ਪਹਿਲਾ, ਮਾਸਟਰਮਾਈਂਡ ਨਾਲ ਮੁਲਾਕਾਤ। ਦੇਖੋ, ਕਿਸੇ ਵੀ ਸਿਧਾਂਤ ਨੂੰ ਸਮਝਣ ਤੋਂ ਪਹਿਲਾਂ ਉਸ ਦੇ ਬਣਾਉਣ ਵਾਲੇ ਨੂੰ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ। ਤਾਂ ਆਓ ਪਹਿਲਾਂ ਇਹ ਜਾਣੀਏ ਕਿ ਆਖਿਰ ਕੌਣ ਸਨ ਜੀਨ ਪਿਆਜੇ। ਜੀਨ ਪਿਆਜੇ ਸਵਿਟਜ਼ਰਲੈਂਡ ਦੇ ਇੱਕ ਮਨੋਵਿਗਿਆਨੀ ਸਨ, ਜਿਨ੍ਹਾਂ ਨੂੰ ਅਸੀਂ ਸਾਰੇ ਬਾਲ ਮਨੋਵਿਗਿਆਨ ਦਾ ਪਿਤਾਮਾ ਕਹਿੰਦੇ ਹਾਂ। ਪਰ ਸਭ ਤੋਂ ਜ਼ਰੂਰੀ ਗੱਲ ਜਿਸ ਤੇ ਸਵਾਲ ਵੀ ਬਣਦਾ ਹੈ, ਉਹ ਇਹ ਹੈ ਕਿ ਉਹ ਇੱਕ ਰੈਡੀਕਲ ਕੰਸਟਰਕਟਿਵਿਸਟ ਸਨ। ਹੁਣ ਇਸ ਦਾ ਮਤਲਬ ਕੀ ਹੈ? ਇਸ ਦਾ ਮਤਲਬ ਇਹ ਹੈ ਕਿ ਉਹਨਾਂ ਮੁਤਾਬਿਕ ਬੱਚੇ ਖਾਲੀ ਸਲੇਟਾਂ ਨਹੀਂ ਹੁੰਦੇ ਜਿਨ੍ਹਾਂ ਤੇ ਅਸੀਂ ਕੁਝ ਵੀ ਲਿਖ ਦਈਏ। ਸਗੋਂ ਹਰ ਬੱਚਾ ਇੱਕ ਨਿੱਕਾ ਜਿਹਾ ਵਿਗਿਆਨੀ ਹੁੰਦਾ ਹੈ, ਇੱਕ ਖੋਜੀ ਹੁੰਦਾ ਹੈ ਜੋ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਛੂ ਕੇ, ਤੋੜ-ਮਰੋੜ ਕੇ ਤੇ ਸਵਾਲ ਪੁੱਛ-ਪੁੱਛ ਕੇ ਆਪਣੇ ਗਿਆਨ ਦਾ ਮਹਿਲ ਖੁਦ ਬਣਾਉਂਦਾ ਹੈ। ਚਲੋ, ਹੁਣ ਪਰਦੇ ਪਿੱਛੇ ਚੱਲਦੇ ਹਾਂ ਤੇ ਪਿਆਜੇ ਦੀ ਥਿਊਰੀ ਦੇ ਇੰਜਨ ਨੂੰ ਸਮਝਦੇ ਹਾਂ। ਮਤਲਬ ਉਹ ਕਿਹੜੀਆਂ ਮੂਲ ਪ੍ਰਕਿਰਿਆਵਾਂ ਨੇ, ਉਹ ਕਿਹੜੇ ਸੰਦ ਨੇ ਜੋ ਸਾਡੇ ਸਾਰਿਆਂ ਦੇ ਸਿੱਖਣ ਅਤੇ ਸੋਚਣ ਦੇ ਢੰਗ ਨੂੰ ਚਲਾਉਂਦੇ ਨੇ। ਇਸ ਕਹਾਣੀ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਜ਼ਰੂਰੀ ਕਿਰਦਾਰ ਹੈ ਸਕੀਮਾ। ਸੋਚੋ, ਸਕੀਮਾ ਸਾਡੇ ਦਿਮਾਗ ਦੇ ਅੰਦਰ ਬਣੇ ਛੋਟੇ-ਛੋਟੇ ਫਾਈਲਿੰਗ ਕੈਬਨਿਟ ਨੇ, ਯਾਨੀ ਗਿਆਨ ਦੇ ਫੋਲਡਰ। ਜਿਵੇਂ ਜਾਨਵਰਾਂ ਲਈ ਇੱਕ ਅਲੱਗ ਫੋਲਡਰ, ਖਾਣ ਵਾਲੀਆਂ ਚੀਜ਼ਾਂ ਲਈ ਦੂਜਾ ਤੇ ਖਿਡੌਣਿਆਂ ਲਈ ਤੀਜਾ। ਜਦੋਂ ਵੀ ਸਾਨੂੰ ਕੋਈ ਨਵੀਂ ਜਾਣਕਾਰੀ ਮਿਲਦੀ ਹੈ ਤਾਂ ਸਾਡਾ ਦਿਮਾਗ ਉਸ ਨੂੰ ਸਹੀ ਫੋਲਡਰ ਵਿੱਚ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਹੁਣ ਜਦੋਂ ਇੱਕ ਬੱਚਾ ਕੋਈ ਨਵੀਂ ਚੀਜ਼ ਦੇਖਦਾ ਹੈ ਤੇ ਉਸ ਨੂੰ ਆਪਣੇ ਪੁਰਾਣੇ ਫੋਲਡਰ ਯਾਨੀ ਪਹਿਲਾਂ ਤੋਂ ਮੌਜੂਦ ਸਕੀਮਾ ਵਿੱਚ ਹੀ ਫਿੱਟ ਕਰ ਲੈਂਦਾ ਹੈ, ਤਾਂ ਉਸ ਨੂੰ ਕਹਿੰਦੇ ਨੇ ਆਤਮਸਾਤ ਯਾਨੀ ਅਸਿਮੀਲੇਸ਼ਨ। ਮਿਸਾਲ ਵਜੋਂ, ਇੱਕ ਬੱਚੇ ਦੇ ਦਿਮਾਗ ਵਿੱਚ ਕੁੱਤੇ ਦਾ ਸਕੀਮਾ ਬਣਿਆ ਹੋਇਆ ਹੈ। ਹੁਣ ਜਦੋਂ ਉਹ ਪਹਿਲੀ ਵਾਰ ਬਿੱਲੀ ਦੇਖਦਾ ਹੈ ਤਾਂ ਉਸ ਨੂੰ ਵੀ ਕੁੱਤਾ ਹੀ ਕਹਿੰਦਾ ਹੈ, ਕਿਉਂਕਿ ਉਸ ਦੀਆਂ ਵੀ 4 ਲੱਤਾਂ ਨੇ, ਇੱਕ ਪੂਛ ਹੈ। ਯਾਨੀ ਉਸਨੇ ਬਿੱਲੀ ਦੀ ਜਾਣਕਾਰੀ ਨੂੰ ਕੁੱਤੇ ਵਾਲੇ ਫੋਲਡਰ ਵਿੱਚ ਹੀ ਜੋੜ ਲਿਆ, ਯਾਨੀ ਐਡ ਕਰ ਲਿਆ। ਪਰ ਉਦੋਂ ਕੀ ਹੁੰਦਾ ਹੈ ਜਦੋਂ ਨਵੀਂ ਜਾਣਕਾਰੀ ਪੁਰਾਣੇ ਫੋਲਡਰ ਵਿੱਚ ਫਿੱਟ ਹੀ ਨਾ ਹੋਵੇ? ਜਦੋਂ ਬੱਚੇ ਨੂੰ ਸਮਝਾਇਆ ਜਾਂਦਾ ਹੈ ਕਿ ਨਹੀਂ, ਇਹ ਕੁੱਤਾ ਨਹੀਂ, ਇਹ ਤਾਂ ਬਿੱਲੀ ਹੈ, ਇਹ ਮਿਆਉ ਕਰਦੀ ਹੈ, ਤਾਂ ਉਸਦੇ ਦਿਮਾਗ ਵਿੱਚ ਇੱਕ ਐਰਰ ਆ ਜਾਂਦਾ ਹੈ। ਹੁਣ ਉਸਨੂੰ ਆਪਣਾ ਪੁਰਾਣਾ ਸਕੀਮਾ ਬਦਲਣਾ ਪਵੇਗਾ। ਇਸ ਬਦਲਾਅ ਨੂੰ, ਇਸ ਐਡਜਸਟਮੈਂਟ ਨੂੰ ਹੀ ਅਨੁਕੂਲਨ ਯਾਨੀ ਅਕੋਮੋਡੇਸ਼ਨ ਕਹਿੰਦੇ ਨੇ। ਇਸ ਵਿੱਚ ਜਾਂ ਤਾਂ ਪੁਰਾਣੇ ਸਕੀਮਾ ਨੂੰ ਥੋੜਾ ਬਹੁਤ ਐਡਜਸਟ ਜਾਂ ਮੋਡੀਫਾਈ ਕੀਤਾ ਜਾਂਦਾ ਹੈ, ਜਾਂ ਫਿਰ ਬਿੱਲੀ ਲਈ ਇੱਕ ਬਿਲਕੁਲ ਨਵਾਂ ਫੋਲਡਰ ਬਣਾ ਕੇ ਪੁਰਾਣੇ ਗਿਆਨ ਨੂੰ ਚੇਂਜ ਕੀਤਾ ਜਾਂਦਾ ਹੈ। ਤਾਂ ਫਿਰ ਇਹ ਸਾਰਾ ਸਿਸਟਮ ਚੱਲਦਾ ਕਿਵੇਂ ਹੈ? ਇਹ ਚੱਲਦਾ ਹੈ ਸੰਤੁਲਨ ਯਾਨੀ ਇਕੁਇਲਿਬ੍ਰੇਸ਼ਨ ਰਾਹੀਂ। ਸੋਚੋ, ਇਹ ਸਿੱਖਣ ਦਾ ਗੇਅਰ ਹੈ। ਜਦੋਂ ਕੋਈ ਨਵੀਂ ਜਾਣਕਾਰੀ ਪੁਰਾਣੇ ਸਕੀਮਾ ਵਿੱਚ ਫਿੱਟ ਨਹੀਂ ਹੁੰਦੀ ਤਾਂ ਸਾਡੇ ਦਿਮਾਗ ਵਿੱਚ ਇੱਕ ਉਲਝਣ ਪੈਦਾ ਹੁੰਦੀ ਹੈ, ਜਿਸ ਨੂੰ ਡਿਸਇਕੁਇਲਿਬ੍ਰੇਸ਼ਨ ਕਹਿੰਦੇ ਆ। ਫਿਰ ਅਸੈਮੀਲੇਸ਼ਨ ਤੇ ਅਕੋਮੋਡੇਸ਼ਨ ਦੀ ਵਰਤੋਂ ਕਰਕੇ ਸਾਡਾ ਦਿਮਾਗ ਇਸ ਉਲਝਣ ਨੂੰ ਸੁਲਝਾਉਂਦਾ ਹੈ ਅਤੇ ਇੱਕ ਨਵੇਂ, ਬਿਹਤਰ ਸੰਤੁਲਨ ਯਾਨੀ ਇਕੁਇਲਿਬ੍ਰੀਅਮ ਤੇ ਪਹੁੰਚ ਜਾਂਦਾ ਹੈ। ਬਸ ਇਹੀ ਚੱਕਰ ਸਾਡੇ ਸਿੱਖਣ ਨੂੰ ਸਾਰੀ ਜ਼ਿੰਦਗੀ ਅੱਗੇ ਵਧਾਉਂਦਾ ਰਹਿੰਦਾ ਹੈ। ਇਹ ਡਾਇਗ੍ਰਾਮ ਦੇਖਣ ਵਿੱਚ ਸ਼ਾਇਦ ਥੋੜਾ ਗੁੰਝਲਦਾਰ ਲੱਗੇ, ਪਰ ਇਸ ਵਿੱਚ ਪੂਰੀ ਪ੍ਰਕਿਰਿਆ ਦਾ ਨਿਚੋੜ ਹੈ। ਦੇਖੋ, ਇੱਕ ਇਕੁਇਲਿਬ੍ਰੀਅਮ ਯਾਨੀ ਸੰਤੁਲਨ ਦੀ ਸਥਿਤੀ ਹੈ। ਫਿਰ ਇੱਕ ਨਿਊ ਸਿਚੁਏਸ਼ਨ ਆਉਂਦੀ ਹੈ ਜੋ ਸਾਡੇ ਦਿਮਾਗ ਨੂੰ ਡਿਸਇਕੁਇਲਿਬ੍ਰੀਅਮ ਯਾਨੀ ਅਸੰਤੁਲਨ ਵਿੱਚ ਲੈ ਜਾਂਦੀ ਹੈ। ਹੁਣ ਇਸ ਉਲਝਣ ਨੂੰ ਦੂਰ ਕਰਨ ਲਈ ਅਕੋਮੋਡੇਸ਼ਨ ਦੀ ਵਰਤੋਂ ਹੁੰਦੀ ਹੈ ਅਤੇ ਅਸੀਂ ਦੁਬਾਰਾ ਇੱਕ ਨਵੇਂ ਸੰਤੁਲਨ ਵੱਲ ਵਧਦੇ ਹਾਂ। ਇਹੀ ਉਹ ਚੱਕਰ ਹੈ ਜੋ ਜ਼ਿੰਦਗੀ ਭਰ ਚੱਲਦਾ ਰਹਿੰਦਾ ਹੈ ਤੇ ਸਾਨੂੰ ਨਵੀਆਂ ਚੀਜ਼ਾਂ ਸਿਖਾਉਂਦਾ ਹੈ।
ਤਾਂ ਹੁਣ ਸਭ ਤੋਂ ਮਹੱਤਵਪੂਰਨ ਨੁਕਤਾ ਜਿਸ ਨੂੰ ਬਿਲਕੁਲ ਪੱਲੇ ਬੰਨ੍ਹ ਲੈਣਾ ਹੈ, ਕਿਉਂਕਿ ਇਮਤਿਹਾਨ ਵਿੱਚ ਇਹ ਸਵਾਲ ਬਾਰ-ਬਾਰ ਆਉਂਦਾ ਹੈ। ਬਹੁਤ ਸੌਖੇ ਸ਼ਬਦਾਂ ਵਿੱਚ ਆਤਮਸਾਤ ਦਾ ਮਤਲਬ ਹੈ ਪੁਰਾਣੇ ਗਿਆਨ ਵਿੱਚ ਨਵੀਂ ਜਾਣਕਾਰੀ ਜੋੜਨਾ, ਜਦਕਿ ਅਨੁਕੂਲਨ ਦਾ ਮਤਲਬ ਹੈ ਨਵੀਂ ਜਾਣਕਾਰੀ ਲਈ ਪੁਰਾਣੇ ਗਿਆਨ ਨੂੰ ਹੀ ਬਦਲਣਾ। ਇਹ ਫਰਕ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ। ਯਾਦ ਰੱਖੋ, ਐਸਿਮਿਲੇਸ਼ਨ ਮਤਲਬ ਐਡ ਯਾਨੀ ਜੋੜਨਾ ਤੇ ਅਕੋਮੋਡੇਸ਼ਨ ਮਤਲਬ ਚੇਂਜ ਯਾਨੀ ਬਦਲਣਾ। ਚਲੋ ਹੁਣ ਆਪਾਂ ਪਿਆਜੇ ਦੁਆਰਾ ਦੱਸੀ ਗਈ ਬੁੱਧਾਤਮਕ ਵਿਕਾਸ ਦੀ ਪੌੜੀ ਤੇ ਚੜ੍ਹਨਾ ਸ਼ੁਰੂ ਕਰਦੇ ਹਾਂ। ਆਪਾਂ ਸਫ਼ਰ ਸ਼ੁਰੂ ਕਰਾਂਗੇ ਇੱਕ ਨਵ ਜਨਮੇ ਬੱਚੇ ਤੋਂ। ਪਹਿਲਾ ਪੜਾਅ ਹੈ ਸੈਂਸਰੀ ਮੋਟਰ ਸਟੇਜ, ਜੋ ਜਨਮ ਤੋਂ ਲੈ ਕੇ 2 ਸਾਲ ਤੱਕ ਚੱਲਦਾ ਹੈ। ਇਸ ਉਮਰ ਵਿੱਚ ਬੱਚੇ ਦੀਆਂ ਇੰਦਰੀਆਂ ਯਾਨੀ ਉਸ ਦੀਆਂ ਅੱਖਾਂ, ਕੰਨ, ਹੱਥ, ਮੂੰਹ ਇਹੀ ਉਸ ਦੇ ਅਧਿਆਪਕ ਹੁੰਦੇ ਹਨ। ਇਸ ਪੜਾਅ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਆਬਜੈਕਟ ਪਰਮਨੈਂਸ। ਇਹ ਬਿਲਕੁਲ ਲੁਕਣ-ਮੀਟੀ ਵਾਲੀ ਖੇਡ ਹੈ। ਸ਼ੁਰੂ ਵਿੱਚ ਜਦੋਂ ਕੋਈ ਚੀਜ਼ ਬੱਚੇ ਦੀਆਂ ਅੱਖਾਂ ਤੋਂ ਓਲੇ ਹੋ ਜਾਂਦੀ ਹੈ, ਉਸ ਨੂੰ ਲੱਗਦਾ ਹੈ ਕਿ ਉਹ ਚੀਜ਼ ਗਾਇਬ ਹੋ ਗਈ ਹੈ, ਪਰ ਆਬਜੈਕਟ ਪਰਮਨੈਂਸ ਆਉਣ ਤੋਂ ਬਾਅਦ ਉਹ ਜਾਣ ਜਾਂਦਾ ਹੈ ਕਿ ਭਾਵੇਂ ਮੰਮੀ ਕਮਰੇ ਤੋਂ ਬਾਹਰ ਚਲੀ ਗਈ ਹੈ, ਪਰ ਉਹ ਹੈਗੀ ਜ਼ਰੂਰ। ਫਿਰ ਆਉਂਦਾ ਹੈ ਦੂਜਾ ਪੜਾਅ, ਪ੍ਰੀ ਆਪਰੇਸ਼ਨਲ ਸਟੇਜ, ਜੋ 2 ਤੋਂ 7 ਸਾਲ ਤੱਕ ਹੁੰਦਾ ਹੈ। ਇਸ ਵਿੱਚ ਈਗੋਸੈਂਟਰਿਜ਼ਮ ਹੁੰਦਾ ਹੈ, ਮਤਲਬ ਬੱਚਾ ਸੋਚਦਾ ਹੈ ਕਿ ਪੂਰੀ ਦੁਨੀਆ ਉਹੀ ਦੇਖਦੀ ਤੇ ਸੋਚਦੀ ਹੈ ਜੋ ਉਹ ਖੁਦ ਸੋਚਦਾ ਹੈ। ਉਹਦੇ ਵਿੱਚ ਕਨਜ਼ਰਵੇਸ਼ਨ ਦੀ ਸਮਝ ਨਹੀਂ ਹੁੰਦੀ। ਜੇ ਤੁਸੀਂ ਇੱਕੋ ਜਿੰਨਾ ਪਾਣੀ ਇੱਕ ਚੌੜੇ ਤੇ ਇੱਕ ਲੰਮੇ ਗਲਾਸ ਵਿੱਚ ਪਾਓਗੇ ਤਾਂ ਉਹ ਹਮੇਸ਼ਾ ਲੰਮੇ ਗਲਾਸ ਨੂੰ ਹੀ ਵੱਧ ਦੱਸੇਗਾ। ਇਸ ਤੋਂ ਇਲਾਵਾ ਉਹਦੇ ਵਿੱਚ ਇਰਰਿਵਰਸਿਬਿਲਿਟੀ ਹੁੰਦੀ ਹੈ। ਉਹ 2+3 ਤਾਂ ਸਮਝ ਲਵੇਗਾ, ਪਰ 5 ਘਟਾਓ 3 ਕਿਉਂ 2 ਹੁੰਦਾ ਹੈ ਇਹ ਨਹੀਂ ਸਮਝ ਸਕੇਗਾ। ਔਰ ਹਾਂ, ਐਨਿਮਿਜ਼ਮ ਵੀ ਹੁੰਦਾ ਹੈ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਗੁੱਡੀ ਨੂੰ ਵੀ ਸੱਟ ਲੱਗਣ ਕੇ ਦਰਦ ਹੁੰਦਾ ਹੈ। ਚਲੋ ਸਫ਼ਰ ਨੂੰ ਅੱਗੇ ਵਧਾਈਏ ਤੇ ਦੇਖੀਏ ਕਿ ਹੁਣ ਬੱਚੇ ਦੀ ਸੋਚ ਵਿੱਚ ਤਰਕ ਕਿਵੇਂ ਆਉਣਾ ਸ਼ੁਰੂ ਹੁੰਦਾ ਹੈ। ਤੀਜਾ ਪੜਾਅ ਹੈ ਕੰਕਰੀਟ ਆਪਰੇਸ਼ਨਲ ਸਟੇਜ। ਇੱਥੇ ਇੱਕ ਕ੍ਰਾਂਤੀ ਆਉਂਦੀ ਹੈ। ਬੱਚੇ ਦੇ ਦਿਮਾਗ ਵਿੱਚ ਤਰਕ ਯਾਨੀ ਲੌਜਿਕ ਦਾ ਜਨਮ ਹੁੰਦਾ ਹੈ। ਪਰ ਇੱਕ ਗੱਲ ਯਾਦ ਰੱਖਣੀ ਹੈ, ਇਹ ਤਰਕ ਠੋਸ ਯਾਨੀ ਕੰਕਰੀਟ ਚੀਜ਼ਾਂ ਤੇ ਹੀ ਕੰਮ ਕਰਦਾ ਹੈ। ਬੱਚਾ ਉਹਨਾਂ ਚੀਜ਼ਾਂ ਬਾਰੇ ਤਾਂ ਤਰਕ ਨਾਲ ਸੋਚ ਸਕਦਾ ਹੈ ਜਿਨ੍ਹਾਂ ਨੂੰ ਉਹ ਦੇਖ ਸਕਦਾ ਹੈ ਤੇ ਛੂ ਸਕਦਾ ਹੈ, ਜਿਵੇਂ ਕਿ ਖਿਡੌਣੇ ਜਾਂ ਫਲ। ਪਰ ਉਹ ਅਜੇ ਵੀ ਪਿਆਰ, ਇਮਾਨਦਾਰੀ ਜਾਂ ਇਨਸਾਫ ਵਰਗੇ ਅਮੂਰਤ ਵਿਚਾਰਾਂ ਬਾਰੇ ਤਰਕ ਨਾਲ ਨਹੀਂ ਸੋਚ ਸਕਦਾ। ਇਸ ਸਲਾਈਡ ਤੇ ਟ੍ਰਾਂਜ਼ਿਟਿਵਿਟੀ ਦੀ ਬਹੁਤ ਵਧੀਆ ਉਦਾਹਰਣ ਹੈ। ਇਸ ਤੇ ਧਿਆਨ ਦਿਓ। ਬੱਚਾ ਹੁਣੇ ਸਮਝ ਸਕਦਾ ਹੈ ਕਿ ਜੇ ਰਾਮ ਸ਼ਾਮ ਤੋਂ ਲੰਬਾ ਹੈ ਅਤੇ ਸ਼ਾਮ ਮੋਹਨ ਤੋਂ ਲੰਬਾ ਹੈ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਰਾਮ ਮੋਹਨ ਤੋਂ ਵੀ ਲੰਬਾ ਹੋਵੇਗਾ। ਉਸ ਨੂੰ ਇਹ ਸਮਝਣ ਲਈ ਤਿੰਨਾਂ ਨੂੰ ਇਕੱਠੇ ਖੜਾ ਕਰਕੇ ਦੇਖਣ ਦੀ ਲੋੜ ਨਹੀਂ ਪੈਂਦੀ। ਇਹੀ ਤਰਕਪੂਰਨ ਸੋਚ ਇਸ ਪੜਾਅ ਦੀ ਖਾਸੀਅਤ ਹੈ। ਅਤੇ ਹੁਣ ਆਖਰੀ ਪੜਾਅ, ਫਾਰਮਲ ਆਪਰੇਸ਼ਨਲ ਸਟੇਜ। ਇੱਥੇ ਪਹੁੰਚ ਕੇ ਸੋਚ ਇੱਕ ਵਿਗਿਆਨੀ ਵਰਗੀ ਹੋ ਜਾਂਦੀ ਹੈ। ਉਹ ਹਾਈਪੋਥੈਟਿਕੋ ਡਿਡਕਟਿਵ ਰੀਜ਼ਨਿੰਗ ਦੀ ਵਰਤੋਂ ਕਰ ਸਕਦੇ ਹਨ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਜੇ ਕੋਈ ਸਮੱਸਿਆ ਆ ਜਾਵੇ ਤਾਂ ਉਹ ਉਸ ਦੇ ਸਾਰੇ ਸੰਭਵ ਹੱਲਾਂ ਬਾਰੇ ਸੋਚ ਸਕਦੇ ਹਨ। ਜਿਵੇਂ ਜੇ ਫੋਨ ਕੰਮ ਨਹੀਂ ਕਰ ਰਿਹਾ ਤਾਂ ਉਹ ਸੋਚਣਗੇ ਸ਼ਾਇਦ ਬੈਟਰੀ ਖਤਮ ਹੋਵੇ ਜਾਂ ਚਾਰਜਰ ਖਰਾਬ ਹੋਵੇ ਜਾਂ ਹੋ ਸਕਦਾ ਨੈਟਵਰਕ ਨਾ ਹੋਵੇ। ਉਹ ਇੱਕ ਕਰਕੇ ਹਰ ਸੰਭਾਵਨਾ ਨੂੰ ਪਰਖਣਗੇ। ਇਹ ਸੋਚ ਦਾ ਸਭ ਤੋਂ ਉੱਚਾ ਪੱਧਰ ਹੈ। ਠੀਕ ਹੈ ਜੀ, ਆਪਾਂ ਸਾਰੀ ਥਿਊਰੀ ਤਾਂ ਸਮਝ ਲਈ, ਪਰ ਹੁਣ ਅਸਲ ਸਵਾਲ ਇਹ ਹੈ ਕਿ ਇੱਕ ਅਧਿਆਪਕ ਹੋਣ ਦੇ ਨਾਤੇ ਇਸ ਦਾ ਸਾਡੇ ਲਈ ਕੀ ਮਤਲਬ ਹੈ। ਅਸੀਂ ਇਸ ਸਾਰੇ ਗਿਆਨ ਨੂੰ ਆਪਣੀ ਕਲਾਸਰੂਮ ਵਿੱਚ ਕਿਵੇਂ ਵਰਤ ਸਕਦੇ ਹਾਂ? ਪਿਆਜੇ ਦਾ ਸਿਧਾਂਤ ਕਲਾਸਰੂਮ ਵਿੱਚ ਸਾਡੀ ਭੂਮਿਕਾ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ। ਅਸੀਂ ਸਿਰਫ ਗਿਆਨ ਦੇਣ ਵਾਲੇ ਨਹੀਂ, ਸਗੋਂ ਰਸਤਾ ਦਿਖਾਉਣ ਵਾਲੇ ਗਾਈਡ ਹਾਂ। ਸਾਨੂੰ ਬੱਚਿਆਂ ਨੂੰ ਛੋਟੇ-ਛੋਟੇ ਖੋਜਕਰਤਾ ਸਮਝਣਾ ਚਾਹੀਦਾ ਹੈ। ਉਹਨਾਂ ਨੂੰ ਚੀਜ਼ਾਂ ਤੋੜਨ, ਜੋੜਨ ਅਤੇ ਗਲਤੀਆਂ ਕਰਨ ਦੇ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਹਨ, ਕਿਉਂਕਿ ਅਸਲ ਸਿੱਖਣਾ ਇਸੇ ਤਰ੍ਹਾਂ ਹੁੰਦਾ ਹੈ, ਕਿਤਾਬਾਂ ਰੱਟਣ ਨਾਲ ਨਹੀਂ। ਲਓ ਜੀ, ਹੁਣ ਉਸ ਹਿੱਸੇ ਵੱਲ ਵਧਦੇ ਹਾਂ ਜਿਸ ਦਾ ਸਾਰਿਆਂ ਨੂੰ ਇੰਤਜ਼ਾਰ ਹੁੰਦਾ ਹੈ। ਇਮਤਿਹਾਨ ਦੇ ਨਜ਼ਰੀਏ ਤੋਂ ਕਿਹੜੇ ਨੁਕਤੇ ਨੇ ਜਿਹੜੇ ਬਿਲਕੁਲ ਨਹੀਂ ਭੁੱਲਣੇ? ਇਸ ਗੱਲ ਨੂੰ ਚੰਗੀ ਤਰ੍ਹਾਂ ਨੋਟ ਕਰ ਲਓ। ਪਿਆਜੇ ਨੇ ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ 4 ਮੁੱਖ ਕਾਰਕ ਦੱਸੇ ਸਨ: परिपक्वता यानी मैच्योरेशन, अनुभव यानी एक्सपीरियंस, समाजिक परस्पर प्रभाव यानी सोशल इंटरैक्शन ਅਤੇ ਸੰਤੁਲਨ यानी इक्विलिब्रेशन। MCQs ਵਿੱਚ ਸਿੱਧਾ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਕਾਰਕ ਪਿਆਜੇ ਨੇ ਦੱਸਿਆ ਹੈ ਜਾਂ ਕਿਹੜਾ ਨਹੀਂ ਦੱਸਿਆ। ਦੇਖੋ, ਇਹਨਾਂ ਸਾਰੇ ਪੜਾਵਾਂ ਅਤੇ ਸ਼ਬਦਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ, ਪਰ ਸਿਰਫ ਯਾਦ ਕਰਨ ਨਾਲ ਗੱਲ ਨਹੀਂ ਬਣਨੀ। ਅਸਲ ਚੁਣੌਤੀ ਇਹਨਾਂ ਸੰਕਲਪਾਂ ਨੂੰ ਸਥਿਤੀ ਆਧਾਰਿਤ ਸਵਾਲਾਂ ਤੇ ਲਾਗੂ ਕਰਨਾ ਹੈ। ਇਹ ਸਮਝਣ ਲਈ ਕਿ ਕਦੋਂ ਕੰਜ਼ਰਵੇਸ਼ਨ ਦੀ ਗੱਲ ਹੋ ਰਹੀ ਹੈ ਤੇ ਕਦੋਂ ਈਗੋਸੈਂਟਰਿਜ਼ਮ ਦੀ, ਇਸ ਲਈ ਬਹੁਤ ਅਭਿਆਸ ਦੀ ਲੋੜ ਪੈਂਦੀ ਹੈ। ਜੇ ਤੁਸੀਂ ਆਪਣੀ ਤਿਆਰੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਹੋ
ਤਾਂ YG ਕੋਚਿੰਗ ਦੀ ਟੈਸਟ ਸੀਰੀਜ਼ ਅਤੇ ਨੋਟਸ ਇਸ ਵਿੱਚ ਤੁਹਾਡੀ ਬਹੁਤ ਮਦਦ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ। ਤਾਂ ਅੰਤ ਵਿੱਚ ਇੱਕ ਸਵਾਲ ਤੁਹਾਡੇ ਲਈ, ਜੇ ਹਰ ਬੱਚਾ ਸੱਚਮੁੱਚ ਇੱਕ ਛੋਟਾ ਵਿਗਿਆਨੀ ਹੈ ਜੋ ਆਪਣੀ ਲੈਬ ਵਿੱਚ ਖੋਜ ਕਰ ਰਿਹਾ ਹੈ, ਤਾਂ ਇੱਕ ਅਧਿਆਪਕ ਹੋਣ ਦੇ ਨਾਤੇ ਸਾਡੀ ਅਸਲ ਭੂਮਿਕਾ ਕੀ ਹੈ? ਇਸ ਬਾਰੇ ਜ਼ਰੂਰ ਸੋਚਣਾ, ਕਿਉਂਕਿ ਇਸੇ ਸਵਾਲ ਦੇ ਜਵਾਬ ਵਿੱਚ ਪਿਆਜੇ ਦੇ ਪੂਰੇ ਸਿਧਾਂਤ ਦਾ ਸਾਰ ਅਤੇ ਇੱਕ ਸਫਲ ਅਧਿਆਪਕ ਬਣਨ ਦਾ ਰਾਜ਼ ਛੁਪਿਆ ਹੋਇਆ ਹੈ। ਉਮੀਦ ਹੈ ਇਸ ਵਿਸ਼ਲੇਸ਼ਣ ਨੇ ਤੁਹਾਡੇ ਸਾਰੇ ਸ਼ੰਕੇ ਦੂਰ ਕੀਤੇ ਹੋਣਗੇ। ਜੇ ਇਹ ਜਾਣਕਾਰੀ ਲਾਭਦਾਇਕ ਲੱਗੀ ਤਾਂ ਇਸ ਨੂੰ ਲਾਈਕ ਕਰਨਾ, ਦੋਸਤਾਂ ਨਾਲ ਸ਼ੇਅਰ ਕਰਨਾ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਧੰਨਵਾਦ।